ਜੈ ਮਸੀਹ ਦੀ। ਅੱਜ ਅਸੀਂ ਫਿਲੇਮੋਨ ਨੂੰ, ਉਸ ਦੀ ਪੱਤਰੀ ਨੂੰ ਅਸੀਂ ਪੜ੍ਹਨ ਜਾ ਰਹੇ ਹਾਂ। ਫਿਲੇਮੋਨ ਦੀ ਪੱਤਰੀ, ਅਸੀਂ ਇਸ ਦੀਆਂ ਆਇਤਾਂ ਦੇਖਦੇ ਹਾਂ। ਇਸ ਵਿੱਚ 25 ਆਇਤਾਂ ਹਨ ਅਤੇ ਅਸੀਂ ਪੂਰੀਆਂ 25 ਆਇਤਾਂ ਪਹਿਲਾਂ ਪੜ੍ਹਾਂਗੇ ਅਤੇ ਉਸ ਦੇ ਬਾਅਦ 'ਚੋਂ ਅਸੀਂ ਦੇਖਾਂਗੇ ਕਿ ਇਸ ਪੱਤਰੀ ਦਾ ਮਤਲਬ ਕੀ ਹੈ। ਇਹ ਖੱਤ ਦਾ ਮੇਨ ਜੋ ਮੈਸੇਜ ਹੈ, ਮੇਨ ਜੋ ਮੁੱਦਾ ਹੈ, ਉਹ ਕੀ ਹੈ। ਪੌਲੁਸ ਲਿਖਦਾ ਹੈ, ਯਿਸੂ ਮਸੀਹ ਦੇ ਕੈਦੀ ਪੌਲੁਸ ਅਤੇ ਸਾਡਾ ਭਰਾ ਤਿਮੋਥੀਅਸ ਵੱਲੋਂ ਸ਼ੁਭਕਾਮਨਾਵਾਂ। ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫਿਲੇਮੋਨ ਨੂੰ, ਸਾਡੀ ਭੈਣ ਆਫੀਆ ਨੂੰ ਵੀ ਅਤੇ ਸਾਡੇ ਸਹਿਕਰਮੀ ਆਰਥਿਪੁਸ ਨੂੰ ਅਤੇ ਤੁਹਾਡੇ ਘਰ ਵਿੱਚ ਜੁੜਨ ਵਾਲੀ ਕਲੀਸਿਆ ਨੂੰ ਵੀ। ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਹੋਵੇ। ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾ ਸਮੇਂ ਚੇਤੇ ਕਰਦਾ ਹਾਂ ਅਤੇ ਮੈਂ ਤੁਹਾਡੇ ਲਈ ਪਰਮੇਸ਼ਰ ਦਾ ਸਦਾ ਧੰਨਵਾਦ ਕਰਦਾ ਹਾਂ। ਮੈਂ ਤੁਹਾਡੇ ਪਰਮੇਸ਼ਰ ਦੇ ਸਮੂਹ ਪਵਿੱਤਰ ਲੋਕਾਂ ਲਈ ਪ੍ਰੇਮ ਬਾਰੇ ਅਤੇ ਤੁਹਾਡੇ ਪ੍ਰਭੂ ਯਿਸੂ ਵਿੱਚ ਨਿਹਚਾ ਬਾਰੇ ਸੁਣ ਰਿਹਾ ਹਾਂ ਅਤੇ ਮੈਂ ਇਸ ਪ੍ਰੇਮ ਅਤੇ ਵਿਸ਼ਵਾਸ ਲਈ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹੜਾ ਵਿਸ਼ਵਾਸ ਤੁਸੀਂ ਸਾਂਝਾ ਕਰ ਰਹੇ ਹੋ ਤੁਹਾਨੂੰ ਉਹਨਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸਮਝਣ ਦੇ ਯੋਗ ਬਣਾਵੇ ਜੋ ਅਸੀਂ ਮਸੀਹ ਵਿੱਚ ਰੱਖਦੇ ਹਾਂ। ਮੇਰੇ ਭਰਾ, ਤੂੰ ਆਪਣਾ ਪਿਆਰ ਦਰਸਾ ਕੇ ਪਰਮੇਸ਼ਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸ ਨੇ ਮੈਨੂੰ ਬੜਾ ਆਨੰਦ ਅਤੇ ਦਿਲਾਸਾ ਦਿੱਤਾ ਹੈ। ਇੱਕ ਗੱਲ ਅਜਿਹੀ ਹੈ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ ਅਤੇ ਮਸੀਹ ਵਿੱਚ ਮੈਂ ਨਿਡਰ ਹੋ ਸਕਦਾ ਅਤੇ ਤੁਹਾਨੂੰ ਉਹ ਕਰਨ ਦਾ ਆਦੇਸ਼ ਦੇ ਸਕਦਾ ਹਾਂ, ਪਰ ਮੈਂ ਤੁਹਾਨੂੰ ਆਦੇਸ਼ ਨਹੀਂ ਦੇ ਰਿਹਾ। ਮੈਂ ਤੁਹਾਨੂੰ ਇਹ ਕਰਨ ਦੀ ਬੇਨਤੀ ਪਿਆਰ ਦੇ ਕਾਰਨ ਕਰ ਰਿਹਾ ਹਾਂ। ਮੈਂ ਪੌਲੁਸ ਹਾਂ। ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਮੈਂ ਮਸੀਹ ਯਿਸੂ ਦਾ ਕੈਦੀ ਹਾਂ। ਮੈਂ ਤੁਹਾਨੂੰ ਇਹ ਆਪਣੇ ਪੁੱਤਰ ਉਨੇਸਿਮਸ ਲਈ ਪੁੱਛ ਰਿਹਾ ਹਾਂ। ਜਦੋਂ ਮੈਂ ਕੈਦ ਵਿੱਚ ਸਾਂ ਤਾਂ ਉਹ ਮੇਰਾ ਪੁੱਤਰ ਬਣ ਗਿਆ ਸੀ। ਅਤੀਤ ਵਿੱਚ ਉਹ ਤੁਹਾਡੇ ਲਈ ਬੇਕਾਰ ਸੀ, ਪਰ ਹੁਣ ਉਹ ਦੋਹਾਂ ਮੇਰੇ ਅਤੇ ਤੁਹਾਡੇ ਲਈ ਉਪਯੋਗੀ ਬਣ ਗਿਆ ਹੈ। ਮੈਂ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਸ ਦੇ ਨਾਲ ਮੈਂ ਆਪਣਾ ਦਿਲ ਭੇਜ ਰਿਹਾ ਹਾਂ। ਮੈਂ ਉਸ ਨੂੰ ਉਹਨਾਂ ਚਿਰ ਸਹਾਇਤਾ ਲਈ ਆਪਣੇ ਨਾਲ ਰੱਖਣਾ ਚਾਹੁੰਦਾ ਜਿੰਨਾ ਚਿਰ ਤੱਕ ਮੈਂ ਖੁਸ਼ਖਬਰੀ ਲਈ ਕੈਦ ਵਿੱਚ ਹਾਂ। ਉਹ ਤੁਹਾਡੀ ਜਗ੍ਹਾ ਮੇਰੀ ਸੇਵਾ ਕਰ ਰਿਹਾ ਹੋਵੇਗਾ, ਪਰ ਤੁਹਾਨੂੰ ਪਹਿਲਾਂ ਪੁੱਛੇ ਬਗੈਰ ਮੈਂ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ। ਤਾਂ ਫਿਰ ਜਿਹੜੀ ਵੀ ਭਲਾਈ ਤੁਸੀਂ ਮੇਰੇ ਲਈ ਕਰੋਗੇ ਉਹ ਇਸ ਲਈ ਹੋਵੇਗੀ ਕਿ ਤੁਸੀਂ ਅਜਿਹਾ ਚਾਹੁੰਦੇ ਸੀ, ਨਾ ਕਿ ਇਸ ਲਈ ਕਿ ਮੈਂ ਤੁਹਾਨੂੰ ਕਰਨ ਲਈ ਮਜਬੂਰ ਕੀਤਾ। ਥੋੜ੍ਹੇ ਪਲਾਂ ਲਈ ਉਨੇਸਿਮਸ ਤੁਹਾਡੇ ਕੋਲੋਂ ਵੱਖ ਹੋ ਗਿਆ ਸੀ। ਹੋ ਸਕਦਾ ਹੈ ਕਿ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਉਹ ਚੰਗੇ ਲਈ ਤੁਹਾਡੇ ਕੋਲ ਵਾਪਸ ਆ ਸਕੇ। ਅੱਗੇ ਤੋਂ ਇੱਕ ਦਾਸ ਹੋ ਕੇ ਨਹੀਂ, ਪਰ ਇੱਕ ਪਿਆਰੇ ਭਰਾ ਵਾਂਗ, ਜੋ ਕਿ ਇੱਕ ਦਾਸ ਨਾਲੋਂ ਕਿਧਰੇ ਵੱਧ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ, ਪਰ ਤੁਸੀਂ ਉਸ ਨੂੰ ਉਸ ਤੋਂ ਵੀ ਵਧੇਰੇ ਪਿਆਰ ਕਰੋਗੇ। ਤੁਸੀਂ ਉਸ ਨੂੰ ਦੋਨੇ ਤਰ੍ਹਾਂ ਇੱਕ ਵਿਅਕਤੀ ਵਾਂਗ ਅਤੇ ਪ੍ਰਭੂ ਵਿੱਚ ਭਰਾ ਹੋਣ ਕਰਕੇ ਪਿਆਰ ਕਰੋਗੇ। ਜੇ ਤੁਸੀਂ ਮੈਨੂੰ ਆਪਣਾ ਮਿੱਤਰ ਸਮਝਦੇ ਹੋ ਤਾਂ ਉਨੇਸਿਮਸ ਨੂੰ ਦੁਬਾਰਾ ਅਪਣਾ ਲਵੋ। ਉਸ ਦਾ ਸਵਾਗਤ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ ਮੇਰਾ ਸਵਾਗਤ ਕਰਨਾ ਸੀ। ਜੋ ਉਨੇਸਿਮਸ ਨੇ ਤੁਹਾਡੇ ਨਾਲ ਬੁਰਾ ਕੀਤਾ ਜਾਂ ਉਸ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਇਸ ਬਾਰੇ ਮੈਨੂੰ ਜ਼ਿੰਮੇਵਾਰ ਸਮਝੋ। ਮੈਂ ਪੌਲੁਸ ਹਾਂ ਅਤੇ ਮੈਂ ਇਹ ਆਪਣੇ ਹੱਥੀਂ ਲਿਖ ਰਿਹਾ ਹਾਂ। ਜੇ ਉਨੇਸਿਮਸ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਮੈਂ ਅਦਾ ਕਰਾਂਗਾ ਅਤੇ ਨਾ ਉਸ ਬਾਰੇ ਕੁਝ ਨਹੀਂ ਆਖਾਂਗਾ ਜੋ ਕੁਝ ਤੁਸੀਂ ਆਪਣੀ ਜ਼ਿੰਦਗੀ ਲਈ ਮੇਰੇ ਦੇਣਦਾਰ ਹੋ। ਇਸ ਲਈ ਮੇਰੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਵਿੱਚ ਆਪਣੇ ਲਈ ਕੁਝ ਕਰਨ ਲਈ ਕਹਿੰਦਾ ਹਾਂ। ਇਹ ਚਿੱਠੀ ਮੈਂ ਜਾਣਦਾ ਹੋਇਆ ਲਿਖ ਰਿਹਾ ਹਾਂ ਕਿ ਤੁਸੀਂ ਉਹ ਕਰੋਗੇ ਜੋ ਮੈਂ ਮੰਗਦਾ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਗੱਲ ਮਨ ਨਾਲੋਂ ਵੀ ਵੱਧ ਕਰੋਗੇ।
ਇਸ ਤੋਂ ਇਲਾਵਾ ਮੇਰੇ ਠਹਿਰਨ ਲਈ ਇੱਕ ਕਮਰਾ ਵੀ ਤਿਆਰ ਰੱਖਣਾ। ਮੈਨੂੰ ਉਮੀਦ ਹੈ ਕਿ ਪਰਮੇਸ਼ਵਰ ਤੁਹਾਡੀਆਂ ਪ੍ਰਾਰਥਨਾਵਾਂ ਮੰਨ ਲਵੇਗਾ ਅਤੇ ਮੈਂ ਤੁਹਾਡੇ ਕੋਲ ਆ ਸਕਾਂਗਾ। ਇਪੈਫਰਸ ਵੀ ਮੇਰੇ ਨਾਲ ਮਸੀਹ ਯਿਸੂ ਵਿੱਚ ਕੈਦੀ ਹੈ। ਉਹ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹੈ। ਮਰਕੁਸ, ਅਰਿਸਤਰਕੁਸ, ਦੀਮਾਸ ਅਤੇ ਲੂਕਾ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ। ਉਹ ਮੇਰੇ ਨਾਲ ਕੰਮ ਕਰਦੇ ਹਨ। ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਅੰਗ ਸੰਗ ਹੋਵੇ। ਆਮੀਨ। ਹੁਣ ਅਸੀਂ ਇਹ ਪੜ੍ਹਿਆ ਖੱਤ ਫਿਲੇਮੋਨ ਨੂੰ 25 ਆਇਤਾਂ। ਅਤੇ ਇਸ ਖੱਤ ਦਾ ਜੋ ਇੱਕ ਲਿਖਣ ਦਾ ਮੁੱਦਾ ਕੀ ਸੀ, ਪੌਲੁਸ ਨੇ ਇਹ ਖੱਤ ਕਿਉਂ ਲਿਖਿਆ ਅਤੇ ਕਿਸ ਨੂੰ ਲਿਖਿਆ ਅਤੇ ਕਿਉਂ ਲਿਖਿਆ, ਅੱਜ ਅਸੀਂ ਇਹ ਗੱਲ ਦੇਖਣ ਜਾ ਰਹੇ ਹਾਂ। ਅਤੇ ਇਸ ਖੱਤ ਵਿੱਚ ਖੁਸ਼ਖਬਰੀ ਦਾ ਭੇਦ ਕੀ ਲੁਕਿਆ ਹੋਇਆ ਹੈ, ਅਸੀਂ ਉਸ ਨੂੰ ਵੀ ਦੇਖਾਂਗੇ। ਅਤੇ ਸਾਡੀਆਂ ਜਿਹੜੀਆਂ ਮੇਨ ਆਇਤਾਂ ਹਨ ਉਹ ਹੈ ਅੱਜ ਦੀਆਂ, ਉਹ ਹੈ 17 ਆਇਤ ਤੋਂ ਲੈ ਕੇ 22 ਆਇਤ ਤੱਕ। ਪਰ ਅਸੀਂ ਪੂਰਾ ਖੱਤ ਫੇਰ ਦੇਖਾਂਗੇ ਡੂੰਘਾਈ ਦੇ ਵਿੱਚ ਕਿ ਪੌਲੁਸ ਕਿਉਂ ਇਹ ਖੱਤ ਲਿਖਦਾ ਹੈ ਅਤੇ ਪ੍ਰਭੂ ਸਾਨੂੰ ਇਸ ਖੱਤ ਦੇ ਜ਼ਰੀਏ ਕੀ ਦੱਸਣਾ ਚਾਹੁੰਦਾ ਹੈ। ਪੌਲੁਸ ਇਹ ਖੱਤ ਲਿਖਦਾ ਹੈ ਫਿਲੇਮੋਨ ਨੂੰ। ਹੁਣ ਫਿਲੇਮੋਨ ਕੌਣ ਸੀ? ਫਿਲੇਮੋਨ ਇੱਕ ਅਮੀਰ ਆਦਮੀ ਸੀ ਜੋ ਕਿ ਕਲੂਸੀਆ ਦੇ ਸ਼ਹਿਰ ਦਾ ਰਹਿਣ ਵਾਲਾ ਸੀ। ਅਤੇ ਅਸੀਂ ਦੇਖਦੇ ਹਾਂ ਪੌਲੁਸ ਨੇ ਇੱਕ ਹੋਰ ਖੱਤ ਲਿਖਿਆ ਕਲੂਸੀਆ ਨੂੰ। ਜੋ ਕਲੀਸਿਆ ਸੀ, ਜੋ ਕਲੂਸੀਆ ਸ਼ਹਿਰ ਦੇ ਵਿੱਚ ਕਲੀਸਿਆ ਸੀ, ਉਹ ਫਿਲੇਮੋਨ ਦੇ ਘਰ ਵਿੱਚ ਮਿਲਦੇ ਸੀ ਐਤਵਾਰ ਨੂੰ ਜਾਂ ਕਿਸੇ ਹੋਰ ਦਿਨ ਜਦੋਂ ਵੀ ਉਹ ਬੰਦਗੀ ਕਰਦੇ ਸਨ। ਅਤੇ ਉਹ ਫਿਲੇਮੋਨ ਦੇ ਘਰ ਵਿੱਚ ਰਹਿੰਦੇ ਸੀ। ਅਤੇ ਫਿਲੇਮੋਨ ਦੇ ਘਰ ਵਿੱਚ ਕਾਫੀ ਨੌਕਰ ਚਾਕਰ ਸਨ। ਉਸ ਟਾਈਮ ਉਹ ਸਮਾਂ ਇੱਦਾਂ ਦਾ ਸੀ ਜਦੋਂ ਉਹ ਸੇਵਕ ਰੱਖਦੇ ਸੀਗੇ ਜੋ ਕਿ ਮਾਲਕਾਂ ਦੀ ਸੇਵਾ ਕਰਦੇ ਸਨ, ਆਪਣੇ ਮਾਲਕਾਂ ਦੀ ਗੱਲ ਕਰਦੇ ਸਨ ਜਾਂ ਖੇਤਾਂ 'ਚ ਕੰਮ ਕਰਦੇ ਸੀ, ਪਰ ਉਹ ਉਹਨਾਂ ਦੀ ਜਾਇਦਾਦ ਹੁੰਦੀ ਸੀ। ਅਤੇ ਫਿਲੇਮੋਨ ਪ੍ਰਭੂ ਦੇ ਵਚਨ ਦੇ ਦੁਆਰਾ ਬਚਾਇਆ ਗਿਆ ਅਤੇ ਉਸ ਦੀ ਵਾਈਫ ਆਫੀਆ ਅਤੇ ਉਸ ਦਾ ਸਹਿਕਰਮੀ ਆਰਥਿਪਸ ਇਹ ਮਿਲ ਕੇ ਪ੍ਰਭੂ ਦੀ ਸੇਵਕਾਈ ਕਰਦੇ ਸਨ। ਫਿਲੇਮੋਨ ਅਤੇ ਆਰਥਿਪਸ ਲੱਗਦਾ ਸ਼ਾਇਦ ਉਸ ਚਰਚ ਦਾ ਪਾਸਟਰ ਵੀ ਹੋਵੇ। ਅਤੇ ਆਫੀਆ ਫਿਲੇਮੋਨ ਦੀ ਵਾਈਫ ਸੀ ਅਤੇ ਓਬਵੀਅਸਲੀ ਉਹ ਉਹਨਾਂ ਦੇ ਘਰ ਵਿੱਚ ਬੰਦਗੀ ਹੁੰਦੀ ਸੀ। ਅਤੇ ਇਸ ਕਰਕੇ ਪੌਲੁਸ ਨੇ ਇਹਨਾਂ ਤਿੰਨਾਂ ਦੇ ਨਾਂ ਲਿਖੇ, ਕਿਉਂਕਿ ਜੋ ਪੌਲੁਸ ਗੱਲ ਕਰਨ ਜਾ ਰਿਹਾ ਸੀ ਉਹ ਬਹੁਤ ਹੀ ਇੱਕ ਸੀਰੀਅਸ ਗੱਲ ਸੀ, ਕਾਫੀ ਮੱਦੇ ਨਜ਼ਰ ਰੱਖਣ ਵਾਲੀ ਗੱਲ ਸੀ। ਅਤੇ ਉਹ ਇਹਨਾਂ ਨੂੰ ਖੱਤ ਲਿਖਦਾ ਹੈ। ਅਤੇ ਜਦੋਂ ਪੌਲੁਸ ਨੇ ਕਲੂਸੀਆ ਦਾ ਖੱਤ ਲਿਖਿਆ, ਉਸੇ ਸਮੇਂ ਪੌਲੁਸ ਨੇ ਇਹ ਵੀ ਖੱਤ ਲਿਖਿਆ। ਅਤੇ ਅਸੀਂ ਦੇਖਦੇ ਹਾਂ ਕਲੂਸੀਆ ਦਾ ਖੱਤ, ਉਸ ਦਾ 4 ਅਧਿਆਇ ਅਤੇ ਉਸ ਦੀ 7 ਆਇਤ ਵਿੱਚ, ਉਸ ਵਿੱਚ ਪੌਲੁਸ ਕਹਿੰਦਾ ਹੈ, ਮਸੀਹ ਵਿੱਚ ਇੱਕ ਪਿਆਰਾ ਭਰਾ ਤਿਕੁਤਸ, ਉਹ ਮੇਰੇ ਨਾਲ ਪ੍ਰਭੂ ਲਈ ਕੰਮ ਕਰਦਿਆਂ ਭਰੋਸੇਯੋਗ ਸੇਵਕ ਹੈ। ਉਹ ਤੁਹਾਨੂੰ ਮੇਰੇ ਬਾਰੇ ਸਾਰੀਆਂ ਖਬਰਾਂ ਦੇਵੇਗਾ ਜਿਹੜੀਆਂ ਮੇਰੇ ਨਾਲ ਵਾਪਰ ਰਹੀਆਂ ਹਨ। ਇਹੀ ਕਾਰਨ ਹੈ ਕਿ ਮੈਂ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀਆਂ ਗੱਲਾਂ ਤੋਂ ਜਾਣੂ ਹੋ ਜਾਓ ਅਤੇ ਮੈਂ ਉਸ ਨੂੰ ਇਸ ਲਈ ਭੇਜ ਰਿਹਾ ਹਾਂ ਕਿ ਤੁਸੀਂ ਹੌਸਲਾ ਰੱਖੋ। ਮੈਂ ਉਸ ਦੇ ਨਾਲ ਉਨੇਸਿਮਸ ਨੂੰ ਵੀ ਭੇਜ ਰਿਹਾ ਹਾਂ। ਹੁਣ ਇੱਕ ਹੋਰ ਬੰਦੇ ਦੀ ਗੱਲ ਕਰਦੇ ਹਾਂ, ਉਨੇਸਿਮਸ। ਉਹ ਸਾਡੇ ਲਈ ਇੱਕ ਵਫਾਦਾਰ ਅਤੇ ਪਿਆਰਾ ਭਰਾ ਹੈ। ਉਹ ਤੁਹਾਡੇ ਸਮੂਹ ਵਿੱਚੋਂ ਹੀ ਹੈ। ਤਿਕੁਤਸ ਅਤੇ ਉਨੇਸਿਮਸ ਤੁਹਾਨੂੰ ਉਹ ਸਾਰਾ ਕੁਝ ਦੱਸਣਗੇ ਜੋ ਮੇਰੇ ਨਾਲ ਇੱਥੇ ਵਾਪਰਿਆ। ਅਤੇ ਫਿਰ ਹੁਣ ਅਸੀਂ ਗੱਲ ਕਰਦੇ ਹਾਂ ਫਿਲੇਮੋਨ ਦੀ, ਪੌਲੁਸ ਦੀ ਅਤੇ ਉਨੇਸਿਮਸ ਦੀ। ਉਨੇਸਿਮਸ ਕੌਣ ਸੀ? ਜਿਵੇਂ ਕਿ ਅਸੀਂ ਪੜ੍ਹਿਆ ਕਲੂਸੀਆ ਦੇ ਖੱਤ ਵਿੱਚ 4 ਅਧਿਆਇ ਉਹਦੀ 7 ਆਇਤ ਤੋਂ ਲੈ ਕੇ 10 ਆਇਤ ਤੱਕ ਕਿ ਉਨੇਸਿਮਸ ਵੀ ਤਿਕੁਤਸ ਦੇ ਨਾਲ ਆਇਆ ਅਤੇ ਉਸ ਦੇ ਹੱਥ ਵਿੱਚ ਕਲੂਸੀਆ ਦਾ ਪੱਤਰ ਸੀ ਅਤੇ ਫਿਲੇਮੋਨ ਨੂੰ ਜਿਹੜਾ ਪੌਲੁਸ ਨੇ ਲਿਖਿਆ ਪੱਤਰ ਉਹ ਵੀ ਸੀ। ਅਤੇ ਉਨੇਸਿਮਸ ਹੁਣ ਕੌਣ ਸੀ? ਕਿਉਂਕਿ ਹੁਣ ਅਸੀਂ ਗੱਲ ਕਰਦੇ ਹਾਂ ਉਨੇਸਿਮਸ ਦੀ। ਉਨੇਸਿਮਸ ਕੌਣ ਸੀ? ਅਸੀਂ 10ਵੀਂ ਆਇਤ 'ਚ ਪੜ੍ਹਦੇ ਹਾਂ ਫਿਲੇਮੋਨ ਦਾ ਖੱਤ, ਉਸ ਦੀ 10ਵੀਂ ਆਇਤ, ਉਹਦੇ ਵਿੱਚ ਪੌਲੁਸ ਕਹਿੰਦਾ ਹੈ, ਮੈਂ ਤੁਹਾਨੂੰ ਇਹ ਆਪਣੇ ਪੁੱਤਰ ਉਨੇਸਿਮਸ ਲਈ ਪੁੱਛ ਰਿਹਾ ਹਾਂ। ਜਦੋਂ ਮੈਂ ਕੈਦ ਵਿੱਚ ਸਾਂ ਤਾਂ ਉਹ ਮੇਰਾ ਪੁੱਤਰ ਬਣ ਗਿਆ ਸੀ। ਅਤੀਤ ਵਿੱਚ ਉਹ ਤੁਹਾਡੇ ਲਈ ਬੇਕਾਰ ਸੀ, ਪਰ ਹੁਣ ਉਹ ਦੋਹਾਂ ਮੇਰੇ ਅਤੇ ਤੁਹਾਡੇ ਲਈ ਉਪਯੋਗੀ ਬਣ ਗਿਆ ਹੈ। ਉਨੇਸਿਮਸ ਕੌਣ ਸੀ? ਉਨੇਸਿਮਸ ਫਿਲੇਮੋਨ ਦਾ ਇੱਕ ਸੇਵਕ ਸੀ
ਅਤੇ ਇਸ ਨੇ ਕੁਝ ਗਲਤ ਕੀਤਾ ਫਿਲੇਮੋਨ ਦੇ ਨਾਲ, ਅਤੇ ਸ਼ਾਇਦ ਉਸਨੇ ਕੋਈ ਪੈਸਾ ਚੁਰਾਇਆ ਜਾਂ ਕੁਛ ਗਲਤ ਕੰਮ ਕੀਤਾ, ਅਤੇ ਉਹ ਜਦੋਂ ਉਹਦੀ ਗਲਤੀ ਫੜੀ ਗਈ ਅਤੇ ਉਹ ਦੌੜ ਗਿਆ। ਉਸ ਸਮੇਂ ਦੇ ਲੋਕ ਜੋ ਹੁੰਦੇ ਸਨ, ਜੋ ਕਿ ਮਾਲਕਾਂ ਦੇ ਹੇਠਾਂ ਕੰਮ ਕਰਦੇ ਸਨ, ਉਹ ਉਹਨਾਂ ਦੀ ਜਾਇਦਾਦ ਦਾ ਹਿੱਸਾ ਹੁੰਦੇ ਸੀ। ਉਹਨਾਂ ਨੂੰ ਕਿਤੇ ਜਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ, ਅਤੇ ਜਦੋਂ ਉਹ ਕੋਈ ਗਲਤ ਕਰਦੇ ਸੀ ਜਾਂ ਚੋਰੀ ਕਰਦੇ ਸੀ ਅਤੇ ਉਹਨਾਂ ਨੂੰ ਸਜ਼ਾ ਮਿਲਦੀ ਸੀ, ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਸੀ। ਅਤੇ ਉਹ ਜੇਲ੍ਹ ਤੋਂ ਬਚਣ ਲਈ ਓਨੇਸੀਮਸ ਭੱਜ ਗਿਆ, ਅਤੇ ਜਦੋਂ ਉਹ ਭੱਜ ਗਿਆ ਅਤੇ ਉਹ ਕਿਸੇ ਹੋਰ ਸ਼ਹਿਰ ਚਲਾ ਗਿਆ, ਅਤੇ ਉੱਥੇ ਵੀ ਉਸਨੂੰ ਕੈਦ ਹੋ ਗਈ। ਉਸਨੇ ਕੁਛ ਸ਼ਾਇਦ ਫੇਰ ਗਲਤ ਕਰ ਦਿੱਤਾ ਅਤੇ ਉਹਨੂੰ ਕੈਦ ਹੋ ਗਈ। ਜਦੋਂ ਉਹ ਕੈਦ ਵਿੱਚ ਗਿਆ ਅਤੇ ਉਸ ਕੈਦ ਵਿੱਚ ਪੌਲੁਸ ਵੀ ਸੀ, ਜੋ ਕਿ ਰਸੂਲ ਸੀ, ਪ੍ਰਭੂ ਦਾ ਵਚਨ ਸੁਣਾਉਂਦਾ ਸੀ। ਅਤੇ ਜਦੋਂ ਓਨੇਸੀਮਸ ਨੇ ਪੌਲੁਸ ਦੇ ਵਚਨ ਨੂੰ ਸੁਣਿਆ ਅਤੇ ਉਸਦਾ ਦਿਲ ਕਾਇਲ ਹੋ ਗਿਆ, ਅਤੇ ਉਹਨੂੰ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਹੋ ਗਿਆ, ਅਤੇ ਉਸਦਾ ਜੀਵਨ ਬਦਲ ਗਿਆ। ਜਦੋਂ ਉਸਦਾ ਜੀਵਨ ਬਦਲ ਗਿਆ ਅਤੇ ਉਹ ਪੌਲੁਸ ਦੇ ਨਾਲ ਰਹਿਣ ਲੱਗ ਪਿਆ, ਅਤੇ ਪੌਲੁਸ ਦੇ ਨਾਲ ਰਲ ਕੇ ਸੇਵਕਾਈ ਵਿੱਚ ਜੁੜ ਗਿਆ। ਅਤੇ ਉਸ ਦੌਰਾਨ ਪੌਲੁਸ ਉਸਨੂੰ ਕਹਿੰਦਾ ਹੈ ਕਿ ਇਹ ਮੇਰੇ ਪੁੱਤਰ ਵਾਂਗਰ ਹੈ, ਇਹ ਮੇਰਾ ਪੁੱਤਰ ਬਣ ਗਿਆ ਹੈ। ਪਹਿਲਾਂ ਉਹ ਤੁਹਾਡੇ ਲਈ ਬੇਕਾਰ ਸੀ, 11 ਆਇਤ, ਪਰ ਹੁਣ ਉਹ ਸਾਡੇ ਲਈ ਉਪਯੋਗੀ ਬਣ ਗਿਆ ਹੈ। ਹੁਣ ਉਹ ਸਾਡੇ ਲਈ ਉਪਯੋਗੀ ਬਣ ਗਿਆ ਹੈ। ਅਤੇ ਇੱਕ ਗੱਲ ਇਹ ਨੋਟ ਕਰਨ ਵਾਲੀ ਹੈ, ਜੋ ਓਨੇਸੀਮਸ ਦਾ ਨਾਮ ਹੈ, ਉਸ ਦਾ ਮਤਲਬ ਹੈ ਉਪਯੋਗੀ। ਪਹਿਲਾਂ ਉਹ ਬੇਕਾਰ ਸੀ, ਹਾਲਾਂਕਿ ਉਸਦੇ ਨਾਂ ਦਾ ਮਤਲਬ ਸੀ ਉਪਯੋਗੀ, ਪਰ ਉਹਦੇ ਕੰਮ ਬੇਕਾਰ ਸਨ। ਪਰ ਹੁਣ ਉਹ ਮਸੀਹ ਦੇ ਵਿੱਚ ਆ ਕੇ ਉਪਯੋਗੀ ਬਣ ਗਿਆ। ਉਸਦਾ ਨਾਂ ਵੀ ਉਪਯੋਗੀ ਸੀ ਅਤੇ ਉਸਦੇ ਹੁਣ ਕੰਮ ਵੀ ਉਪਯੋਗੀ ਹੋ ਗਏ। ਅਤੇ ਪੌਲੁਸ ਇਹਨਾਂ ਚੀਜ਼ਾਂ ਨੂੰ ਜਾਣਦਾ ਸੀ, ਅਤੇ ਉਹ ਓਨੇਸੀਮਸ ਦੇ ਨਾਂ ਉੱਤੇ ਇੱਕ ਤਰਕ ਦੇ ਰਿਹਾ ਸੀ ਕਿ ਉਹ ਤੁਹਾਡੇ ਲਈ ਪਹਿਲਾਂ ਬੇਕਾਰ ਸੀ, ਕਿਉਂਕਿ ਸ਼ਾਇਦ ਉਸਨੇ ਚੋਰੀ ਕੀਤੀ ਹੋਵੇਗੀ, ਚਾਹੇ ਤੁਹਾਡਾ ਨੁਕਸਾਨ ਕੀਤਾ ਹੋਵੇਗਾ, ਅਤੇ ਉਸ ਦੇ ਲਈ ਉਸਨੂੰ ਸਜ਼ਾ ਮਿਲਣੀ ਚਾਹੀਦੀ ਸੀ, ਅਤੇ ਉਹ ਬੇਕਾਰ ਸੀ ਤੁਹਾਡੇ ਲਈ। ਪਰ ਕਿਉਂਕਿ ਹੁਣ ਉਹ ਮਸੀਹ 'ਚ ਆ ਗਿਆ ਅਤੇ ਉਸਦਾ ਜੀਵਨ ਬਦਲ ਗਿਆ, ਅਤੇ ਉਸਦੇ ਕੰਮ ਬਦਲ ਗਏ, ਉਸਦਾ ਦਿਮਾਗ ਨਵਾਂ ਹੋ ਗਿਆ। ਹੁਣ ਉਹ ਚੰਗੀਆਂ ਸੋਚਾਂ ਸੋਚਦਾ ਹੈ, ਚੰਗੇ ਕੰਮ ਕਰਦਾ ਹੈ, ਇਸ ਲਈ ਹੁਣ ਉਹ ਉਪਯੋਗੀ ਬਣ ਗਿਆ, ਉਹ ਸਾਡਾ ਭਰਾ ਬਣ ਗਿਆ ਮਸੀਹ ਦੇ ਵਿੱਚ। ਅਤੇ ਅਸੀਂ ਇਹ ਗੱਲ ਨੂੰ ਦੇਖਦੇ ਹਾਂ, ਹੁਣ ਪੌਲੁਸ ਫਿਲੇਮੋਨ ਨੂੰ ਵੀ ਜਾਣਦਾ ਹੈ, ਪੌਲੁਸ ਓਨੇਸੀਮਸ ਨੂੰ ਵੀ ਜਾਣਦਾ ਹੈ, ਅਤੇ ਹੁਣ ਉਹ ਚਾਹੁੰਦਾ ਹੈ ਕਿ ਮੈਂ ਇਹਨਾਂ ਦਾ ਸਮਝੌਤਾ ਕਰਾ ਦੇਵਾਂ। ਅਤੇ ਇਸੇ ਲਈ ਪੌਲੁਸ ਕਹਿੰਦਾ ਹੈ ਕਿ ਮੈਂ ਓਨੇਸੀਮਸ ਨੂੰ ਤੁਹਾਡੇ ਕੋਲ ਦੁਬਾਰਾ ਭੇਜਦਾ ਹਾਂ। ਹੁਣ ਇੱਕ ਸੋਚਣ ਵਾਲੀ ਗੱਲ ਹੈ, ਜਦੋਂ ਓਨੇਸੀਮਸ ਅਤੇ ਤਿਕੁਤਸ ਫਿਲੇਮੋਨ ਦੇ ਚਰਚ ਕਲੂਸੀਆਂ ਦੇ ਵਿੱਚ ਪਹੁੰਚੇ, ਅਤੇ ਜਦੋਂ ਫਿਲੇਮੋਨ ਨੇ ਦੇਖਿਆ ਓਨੇਸੀਮਸ ਨੂੰ, ਉਸਦੇ ਦਿਲ ਵਿੱਚ ਕੀ ਆਇਆ ਹੋਵੇਗਾ। ਪਰ ਜਦੋਂ ਓਨੇਸੀਮਸ ਅਤੇ ਤਿਕੁਤਸ ਦੋਵੇਂ ਇਕੱਠੇ ਆਏ, ਇਸੇ ਕਰਕੇ ਪੌਲੁਸ ਨੇ ਤਿਕੁਤਸ ਨੂੰ ਓਨੇਸੀਮਸ ਦੇ ਨਾਲ ਭੇਜਿਆ, ਤਾਂ ਕਿ ਫਿਲੇਮੋਨ ਇੱਦਾਂ ਦਾ ਕੰਮ ਨਾ ਕਰੇ ਜੋ ਕਿ ਓਨੇਸੀਮਸ ਨੂੰ ਇੱਕ ਨੁਕਸਾਨ ਦੇ ਸਕੇ। ਇਸ ਕਰਕੇ ਉਸਨੇ ਇੱਕ ਦੂਸਰੇ ਪਾਸਟਰ ਨੂੰ ਨਾਲ ਭੇਜਿਆ, ਤਾਂ ਕਿ ਉਹ ਇਹਨਾਂ ਦੋਨਾਂ ਭਰਾਵਾਂ ਦੀ ਕੀ ਸਲਾਹ ਕਰਾ ਸਕੇ। ਅਤੇ ਓਨੇਸੀਮਸ ਦੇ ਹੱਥ ਵਿੱਚ ਉਹ ਖੱਤ ਭੇਜੇ ਗਏ, ਜੋ ਕਿ ਫਿਲੇਮੋਨ ਨੂੰ ਦਿੱਤੇ ਗਏ, ਅਤੇ ਫਿਲੇਮੋਨ ਨੇ ਉਹਨਾਂ ਖੱਤਾਂ ਨੂੰ ਆਪਣੀ ਕਲੀਸਿਆ ਵਿੱਚ ਪੜ੍ਹਿਆ। ਯਾਨੀ ਕਿ ਹੋਰ ਲੋਕ ਵੀ ਦੇਖ ਰਹੇ ਸਨ ਅਤੇ ਸੁਣ ਰਹੇ ਸਨ ਕਿ ਪੌਲੁਸ ਕੀ ਲਿਖ ਰਿਹਾ ਸੀ। ਅਤੇ ਇਹ ਪੌਲੁਸ ਨੇ ਇੱਦਾਂ ਕਿਉਂ ਕਿਹਾ ਕਿ ਇਹ ਖੱਤ ਪੜ੍ਹੇ ਜਾਣ ਕਲੀਸਿਆ ਦੇ ਵਿੱਚ, ਤਾਂ ਕਿ ਓਨੇਸੀਮਸ ਨੂੰ ਕੋਈ ਚੋਟ ਨਾ ਪਹੁੰਚੇ, ਕਿ ਫਿਲੇਮੋਨ ਕੁਛ ਇੱਦਾਂ ਦਾ ਕੰਮ ਨਾ ਕਰੇ ਜਿਸ ਦੇ ਨਾਲ ਓਨੇਸੀਮਸ ਨੂੰ ਕੋਈ ਨੁਕਸਾਨ ਹੋਵੇ। ਹਾਲਾਂਕਿ ਪੌਲੁਸ ਜਾਣਦਾ ਸੀ ਕਿ ਓਨੇਸੀਮਸ ਨੇ ਫਿਲੇਮੋਨ ਨਾਲ ਗਲਤ ਕੀਤਾ ਸੀ, ਪਰ ਹੁਣ ਉਹ ਦੋਵੇਂ ਮਸੀਹ ਵਿੱਚ ਸੀ, ਇਸ ਕਰਕੇ ਹੁਣ ਉਹਨਾਂ ਦੀ ਸਲਾਹ ਹੋਣੀ ਬਹੁਤ ਜ਼ਰੂਰੀ ਸੀ। ਅਤੇ ਅਸੀਂ ਦੇਖਦੇ ਹਾਂ 17 ਆਇਤ ਵਿੱਚ ਪੌਲੁਸ ਕਹਿੰਦਾ ਹੈ ਫਿਲੇਮੋਨ ਨੂੰ, ਜੇ ਤੁਸੀਂ ਮੈਨੂੰ ਆਪਣਾ ਮਿੱਤਰ ਸਮਝਦੇ ਹੋ ਤਾਂ ਓਨੇਸੀਮਸ ਨੂੰ ਦੁਬਾਰਾ ਅਪਣਾ ਲਵੋ। ਉਸਦਾ ਸਵਾਗਤ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ ਮੇਰਾ ਸਵਾਗਤ ਕਰਨਾ ਸੀ। ਜੇ ਓਨੇਸੀਮਸ ਨੇ ਤੁਹਾਡੇ ਨਾਲ ਬੁਰਾ ਕੀਤਾ ਜਾਂ ਉਸਨੇ ਤੁਹਾਡਾ ਕੁਝ ਦੇਣਾ ਹੈ, ਉਹ ਮੇਰੇ ਉੱਤੇ ਪਾ ਦੇਵੋ। ਉਸ ਦਾ ਜ਼ਿੰਮੇਦਾਰ ਮੈਨੂੰ ਸਮਝੋ, ਮੇਰੇ ਉੱਤੇ ਪਾ ਦਿਓ, ਮੇਰੇ ਖਾਤੇ ਵਿੱਚ ਉਹ ਪਾ ਦੇਵੋ। ਮੈਂ ਪੌਲੁਸ ਹਾਂ, ਮੈਂ ਆਪਣੇ ਹੱਥੀਂ ਲਿਖ ਰਿਹਾ ਹਾਂ। ਜੇ ਓਨੇਸੀਮਸ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਮੈਂ ਅਦਾ ਕਰਾਂਗਾ। ਹੁਣ ਅਸੀਂ ਇਹ ਗੱਲ ਦੇਖਦੇ ਹਾਂ ਕਿ ਪੌਲੁਸ ਇੱਕ ਤਰਕ ਦੇ ਰਿਹਾ ਹੈ। ਉਹ ਕਹਿੰਦਾ ਹੈ ਕਿ ਜੇ ਤੁਸੀਂ ਮੈਨੂੰ ਆਪਣਾ ਸਮਝਦੇ ਹੋ, ਅਤੇ ਜੇ ਤੁਸੀਂ ਮੈਨੂੰ ਸਮਝਦੇ ਹੋ ਆਪਣਾ, ਇਸ ਲਈ ਤੁਸੀਂ ਓਨੇਸੀਮਸ ਨੂੰ ਦੁਬਾਰਾ ਅਪਣਾ ਲਵੋ, ਉਸਨੂੰ ਮਾਫ਼ ਕਰ ਦੇਵੋ। ਅਸੀਂ ਹੁਣ 3 ਗੱਲਾਂ ਦੇਖਦੇ ਹਾਂ, ਜੋ ਕਿ ਇੱਕ ਸਾਨੂੰ ਇੱਕ ਖੁਸ਼ਖਬਰੀ ਦੇ ਵੱਲ ਇਸ਼ਾਰਾ ਕਰਦੀਆਂ ਹਨ, ਕਿ ਖੁਸ਼ਖਬਰੀ ਦ ਗੋਸਪਲ ਆਫ ਜੀਸਸ ਕ੍ਰਾਈਸਟ, ਖੁਸ਼ਖਬਰੀ ਯਿਸੂ ਮਸੀਹ ਦੀ ਕੀ ਹੈ। ਖੁਸ਼ਖਬਰੀ ਯਿਸੂ ਮਸੀਹ ਦੀ ਕੀ ਹੈ?
कि असी प्रभु के खिलाफ पाप किया तो प्रभु ने अपने पुत्र नूं साडे लई भेजिया ते जो साडा पाप सी वो पुत्र दे खाते विच चला गया ते उसकी पवित्रता ही साडे उत्ते आ गए। तो जदों असी विश्वास किया, जदों असी पापां तों तौबा की, प्रभु ने सानू अपना लिया ते सानू छुड़ा लिया। हुण पौलुस इह गल नूं जाणदा सी, पौलुस खुशखबरी का प्रचार करदा सी, वो जाणदा सी कि असी सब पापी हाँ ते सानू पापां तों तौबा करन दी लोड़ है ते प्रभु वल मुड़न दी लोड़ है। जदों असी प्रभु नाल मुड़दे हाँ, प्रभु वल मुड़दे हाँ ते असी प्रभु नूं अपनाउंदे हाँ ते पिता सानू स्वीकार करदा है ते वो सानू नकारदा नहीं है। यही खुशखबरी है कि हुण असी पापां तो मुक्त हो गए हाँ ते असी प्रभु के राज के अधिकारी बन गए हाँ। हुण जे असी गल करिए उनैसिमस दी ते पौलुस दी अते फिलेमोन दी, पौलुस फिलेमोन नूं याद करा रहा है कि खुशखबरी यीशु मसीह दी की है, माफ़ी, अपनाउणा, माफ़ करना। असी हुण यही गल्लां देखदे हाँ पौलुस दी जिंदगी दे विच कि किवें पौलुस ने समझाया फिलेमोन नूं ते वो कहंदा है कि तुसीं उनैसिमस नूं दुबारा अपना लवो। क्योंकि मसीह यीशु सानू अपनाउंदा है ते वो साडे पाप नूं माफ़ करदा है। हालांकि जदों असी पहली गल ये देखदे हाँ कि जदों असी पाप किया साडे उत्ते सज़ा दा हुक्म सी। हुण उनैसिमस ने पाप किया अपने मालिक दे खिलाफ ते उसदे उत्ते भी सज़ा दा हुक्म सी, पर वो भज गया ते प्रभु ने उसनूं बचा लिया, जिवें कि एक गुआची भेड़ कह लो कि प्रभु ने उसनूं बचा लिया ते वो वापस आ गया। तो असी देखते हाँ दूजी गल भी हालांकि साडे पाप दे उत्ते एक दोष है, पर जे साडे लई कोई खड़दा है, कोई इंसान साडे लई खड़दा है तो साडी जगह साडा हरजाना भरदा है तो असी की छुड़ाए जाते हैं। जिवें कि यीशु मसीह ने साडी जगह लै ली अपने, जिवें कि यीशु मसीह ने साडी जगह लै ली क्रूस दे उत्ते अते उसने अपने खून नाल साडा हरजाना भर दिता ते असी बचाए गए। तीजी गल असी बचाए गए, असी अपनाए गए। हुण असी देखिए उनैसिमस दी गल, पौलुस कहंदा है कि हालांकि उनैसिमस ने पाप किया पर तू उसनूं माफ़ कर दे ते जे तू हरजाना चाहुंदा भी है उस तो वो मेरे खाते पा दे ते मैं वो खाता जो खोलिया है जिस दे विच उनैसिमस दा तू हरजाना पा दिता है वो मैं की अदा कर देवांगा। ते तीजी गल यह है कि उसनूं अपना ला, क्योंकि मैं उस दे हित विच लिख रहा हाँ, इसलिए तू उसनूं अपना। हुण असी पढ़दे हाँ पहला तिमोथियुस उसका दूजा अध्याय उसकी 5 आयत, उस विच पौलुस लिखदा है कि परमेश्वर केवल एक है अते परमेश्वर तक पहुँचण का केवल एक ही राह है। ये राह यीशु मसीह राही है जो एक इंसान है जो साडी सलाह कराउंदा है। प्रभु यीशु मसीह जदों इस संसार विच आया, असी पापी सी, प्रभु पिता परमेश्वर वो पवित्र है ते उसने विचकार आके एक विचोले वांगू साडी सलाह प्रभु दे नाल करा दित्ती। ते वो सलाह किवें कराई? यीशु मसीह ने अपना खून डोल के सलीब उत्ते साडे पापां दा हरजाना पूरा चुका दिता ते सानू प्रभु दे पुत्र अते पुत्रियां बना दिता। हुण असी पौलुस की गल देखिए, पौलुस जानदा सी कि यीशु मसीह ने की कीता ते पौलुस फिलेमोन नूं कहंदा है कि मैं इसदा हरजाना भरन लई तैयार हाँ। हालांकि पौलुस ने कोई पाप नहीं सी कीता फिलेमोन दे खिलाफ, पर पौलुस कहंदा है मैं इसदा हरजाना भरन लई तैयार हाँ क्योंकि मैं चाहुंदा हाँ कि तू इसनूं अपना लवे। ते इन्हां चीज़ां नूं असीं जदों देखदे हां ते सानूं समझ आउंदी है कि प्रभु साडे कोलों की चाहुंदा है। प्रभु चाहुंदा है कि असीं समझौता करिए, प्रभु चाहुंदा है कि असीं माफ़ करिए, प्रभु चाहुंदा है कि असीं एक दूसरे दी चंगे रिलेशनशिप, चंगे रिश्तियां नूं बरकरार रखीए। मसीही भाई भैन एक दूसरे दे नाल चंगा व्यवहार अते माफ़ी वाला जीवन रखन। ते इन्हां गल्लां तो सानूं पता लगदा है कि ये जो लोग सन उनैसिमस, फिलेमोन, पौलुस, ये प्रभु यीशु मसीह दे द्वारा बचाए हुए लोग सन ते जानदे सन कि खुशखबरी का मतलब की है। ते अज दा जो सवाल ये है कि तुसी जानदे हो कि खुशखबरी का मतलब की है? तुसी जानदे हो कि तुसी पापी सन,
प्रभु के खिलाफ तुसीं किन्ने पाप कीते, झूठ बोले, गालां कड्डियां, चोरियां कीतियां, जां तुहाडे मन च लालच सी, जां तुहाडे मन च ईर्खा सी, जां तुसीं जादू टोणे करदे सी, जां तुसीं किन्ना कुछ होर गलत करदे सी। तुसीं परमेश्वर कोल आके तौबा कीती, माफ़ी मंगी, जिवें ओनेसिमुस ने माफ़ी मंगी। अते ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਕੇ ਮਾफ़ੀ ਮੰਗੀ, ਤੁਹਾਨੂੰ ਪਤਾ ਲੱਗਿਆ ਕਿ ਪ੍ਰਭੂ ਯਿਸੂ ਮਸੀਹ ਨੇ ਤੁਹਾਡਾ ਕਰਜ਼ਾ ਅਦਾ ਕਰ ਦਿੱਤਾ ਹੈ, ਜਿਵੇਂ ਕਿ ਪਲੂਸ ਨੇ ਓਨੇਸਿਮਸ ਦਾ ਕਰਜ਼ਾ ਅਦਾ ਕਰਨਾ ਚਾਹਿਆ। ਅਤੇ ਜਿਵੇਂ ਫਿਲੇਮੋਨ ਨੇ ਓਨੇਸਿਮਸ ਨੂੰ ਅਪਣਾ ਲਿਆ ਇੱਕ ਭਰਾ ਵਾਂਗਣ, ਉਵੇਂ ਹੀ ਸਾਡਾ ਪਿਤਾ ਪਰਮੇਸ਼ਰ ਜੋ ਸਵਰਗ ਵਿੱਚ ਹੈ ਉਹ ਸਾਨੂੰ ਅਪਣਾਉਂਦਾ ਹੈ ਆਪਣੇ। ਸਾਨੂੰ ਅੱਜ ਇਹ ਗੱਲ ਦੇਖਣ ਦੀ ਲੋੜ ਹੈ ਕਿ ਅਸੀਂ ਮਸੀਹ ਵਿੱਚ ਕੀ ਹਾਂ। ਮਸੀਹ ਯਿਸੂ ਵਿੱਚ ਸਾਡੇ ਪਾਪ ਮਾਫ਼ ਹੋ ਗਏ ਅਤੇ ਸਾਡਾ ਜੀਵਨ ਬਦਲ ਗਿਆ। ਓਨੇਸਿਮਸ ਵਾਂਗੂ ਅਸੀਂ ਵੀ ਬੇਕਾਰ ਲੋਕ ਸਨ, ਪਰ ਹੁਣ ਅਸੀਂ ਉਪਯੋਗੀ ਹੋ ਗਏ ਹਾਂ। ਅਤੇ ਇਹ ਸਿਰਫ ਖੁਸ਼ਖਬਰੀ ਦੇ ਪ੍ਰਚਾਰ ਦੇ ਜ਼ਰੀਏ ਹੀ ਹੋਇਆ ਹੈ, ਕਿਉਂਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਣ ਲਿਆ, ਉਸ ਦੇ ਉੱਤੇ ਵਿਸ਼ਵਾਸ ਕੀਤਾ ਅਤੇ ਸਾਡਾ ਜੀਵਨ ਬਦਲ ਗਿਆ। ਪਰ ਜੇ ਤੁਹਾਡਾ ਜੀਵਨ ਹਾਲੇ ਤੱਕ ਨਹੀਂ ਬਦਲਿਆ, ਚਾਹੇ ਤੁਸੀਂ ਚਰਚ ਜਾਂਦੇ ਹੋ ਜਾਂ ਨਹੀਂ, ਚਰਚ ਜਾਣ ਨਾਲ ਕੋਈ ਬੰਦਾ ਬਚਾਇਆ ਨਹੀਂ ਜਾਂਦਾ। ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਕਰਕੇ ਹੀ ਅਸੀਂ ਬਚਾਏ ਜਾਂਦੇ ਹਾਂ, ਕਿਉਂਕਿ ਪਰਮੇਸ਼ਰ ਦੇ ਵਿੱਚ ਅਤੇ ਆਦਮੀਆਂ ਦੇ ਵਿੱਚ ਸਿਰਫ ਇੱਕ ਹੀ ਇਨਸਾਨ ਹੈ ਜੋ ਸਾਨੂੰ ਪਰਮੇਸ਼ਰ ਨਾਲ ਜੋੜਦਾ ਹੈ, ਉਹ ਹੈ ਯਿਸੂ ਮਸੀਹ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣੋ। ਪ੍ਰਭੂ ਕਹਿੰਦਾ ਹੈ ਕਿ ਜੋ ਕੋਈ ਮੇਰੇ 'ਤੇ ਵਿਸ਼ਵਾਸ ਕਰਦਾ ਹੈ ਉਹ ਬਚਾਇਆ ਜਾਂਦਾ ਹੈ। ਅਤੇ ਅੱਜ ਦਾ ਦਿਨ ਜੋ ਹੈ ਮੁਕਤੀ ਦਾ ਦਿਨ ਹੈ। ਕੀ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਮਾਫ਼ੀ ਨੂੰ ਜਾਣਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਆਪਣਾ ਜੀਵਨ ਦੋਸ਼ ਵਾਲਾ ਜੀਵਨ ਦੇ ਵਿੱਚ ਰਹਿਣ ਦੀ ਨਹੀਂ ਲੋੜ? ਕਈ ਇਨਸਾਨ ਆਪਣੇ ਉੱਤੇ ਗਿਲਟ ਲੈ ਕੇ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਚੱਲਦੇ ਹਨ, ਕਿਉਂਕਿ ਉਹਨਾਂ ਦੀ ਜ਼ਿੰਦਗੀ 'ਚ ਕਿੰਨਾ ਪਾਪ ਹੁੰਦਾ ਜਾਂ ਉਹਨਾਂ ਨੇ ਕਈ ਗਲਤ ਕੰਮ ਕੀਤੇ ਹੁੰਦੇ ਹਨ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਕਦੀ ਵੀ ਪ੍ਰਭੂ ਦੇ ਨਾਲ ਚੰਗਾ ਰਿਸ਼ਤਾ ਕਾਇਮ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਸਾਡੇ ਪਾਪ ਮਾਫ਼ ਕਰਦਾ ਹੈ। ਰੋਮੀਆਂ ਦਾ ਖੱਤ ਉਸਦਾ 6 ਅਧਿਆਇ ਉਸਦੀ 23 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਹਾਲਾਂਕਿ ਪਾਪ ਦੀ ਮਜ਼ਦੂਰੀ ਮੌਤ ਹੈ, ਪਰ ਜੋ ਇੱਕ ਜੀਵਨ ਦਾ ਸਦੀਵਕ ਜੀਵਨ ਦਾ ਤੋਹਫਾ ਹੈ ਉਹ ਸਾਨੂੰ ਯਿਸੂ ਮਸੀਹ ਦੇ ਵਿੱਚ ਮਿਲਦਾ ਹੈ। ਅਤੇ ਅੱਜ ਅਸੀਂ ਇਸ ਤੋਹਫੇ ਦੀ ਹੀ ਗੱਲ ਕਰਦੇ ਹਾਂ। ਯਿਸੂ ਮਸੀਹ ਦੇ ਕਰਕੇ ਸਾਨੂੰ ਸ਼ਾਂਤੀ ਮਿਲਦੀ ਹੈ, ਸੰਤੁਸ਼ਟੀ ਮਿਲਦੀ ਹੈ, ਤਾਜ਼ਗੀ ਮਿਲਦੀ ਹੈ ਅਤੇ ਨਵਾਂ ਜੀਵਨ ਮਿਲਦਾ ਹੈ, ਜੋ ਕਿ ਇੱਕ ਉਪਯੋਗੀ ਜੀਵਨ ਹੋ ਜਾਂਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਖੁਦਾਵੰਦ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਜਾਣੋ ਅਤੇ ਪ੍ਰਭੂ ਉੱਤੇ ਵਿਸ਼ਵਾਸ ਲਿਆਓ, ਤਾਂ ਕਿ ਤੁਹਾਡਾ ਜੀਵਨ ਵੀ ਇੱਕ ਉਪਯੋਗੀ ਬਣ ਜਾਵੇ। ਅਤੇ ਇਹ ਸਭ ਅੱਜ ਅਸੀਂ ਇਹ ਗੱਲਾਂ ਦੇਖਦੇ ਹਾਂ ਅਤੇ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਸਾਡਾ ਜੀਵਨ ਬਦਲਣ ਲਈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਪ੍ਰਭੂ ਦਾ ਧੰਨਵਾਦ ਕਰਦੇ ਰਹੋ ਅਤੇ ਪ੍ਰਭੂ ਦੀ ਖੁਸ਼ਖਬਰੀ ਨੂੰ ਯਾਦ ਕਰਦੇ ਰਹੋ ਅਤੇ ਉਸ ਦੇ ਆਉਣ ਦਾ ਵੀ ਇੰਤਜ਼ਾਰ ਕਰਦੇ ਰਹੋ, ਕਿਉਂਕਿ ਪ੍ਰਭੂ ਯਿਸੂ ਮਸੀਹ ਆਉਂਦਾ ਹੈ। ਅਸੀਂ ਅਗਲੇ ਹਫ਼ਤੇ ਫਿਰ ਫਿਲੇਮੋਨ ਦੇ ਖੱਤ ਨੂੰ ਦੇਖਾਂਗੇ ਅਤੇ ਫਿਰ ਦੇਖਾਂਗੇ ਕਿ ਹੋਰ ਗੱਲਾਂ ਇਸ ਖੱਤ ਵਿੱਚ ਕੀ ਹਨ ਜੋ ਕਿ ਸਾਡੀ ਸਮਝ ਲਈ ਬਹੁਤ ਹੀ ਜ਼ਰੂਰੀ ਹਨ। ਤਦ ਤੱਕ ਲਈ ਸਾਨੂੰ ਸਾਰਿਆਂ ਨੂੰ ਜੈ ਮਸੀਹ ਦੀ।